मैं तो कहना मैं नहीं बल्कि साडा रब कहंदा कि मैं तुहाडे फायदे वास्ते पैदा कीतियां ने ते मतलब रब तो नहीं ना झूठ बोलदा। बड़ी गल सब तो अच्छी खुराक जिहड़ी है छटाला जानवरां वास्ते जी। ਹੁਣ ਇੱਕ ਬੰਦਾ ਇੱਥੇ ਡੰਗਰ ਚਾਰਦਾ ਪਿਆ, ਤਕਰੀਬਨ 40 ਡੰਗਰ ਨੇ ਉਹਦੇ, ਇੱਕ ਬੰਦਾ ਪਿੱਛੇ ਲੱਗਾ, ਉਹਨੇ 40 ਡੰਗਰਾਂ ਨੂੰ ਮਤਲਬ ਸ਼ਾਮ ਨੂੰ ਰਜਾ ਕੇ ਬੰਨ੍ਹ ਦੇਣਾ ਤੇ ਫਿਰ ਉਹਨਾਂ ਦਾ ਦੁੱਧ ਚੋਣਾ ਉਹਨੇ, ਤੇ ਉਹਨੂੰ ਤੇ ਫਾਇਦਾ ਹੋਣਾ। ਤੇ ਇੱਕ ਬੰਦੇ ਨੇ ਹੁਣ 2 ਮੱਝਾਂ ਰੱਖੀਆਂ ਨੇ ਤੇ ਉਹ ਜਨਾਬ ਲੇਟਿਆ ਕਰਦਾ ਹੀ ਕੱਖ ਨਹੀਂ ਤੇ ਫਿਰ ਉਹਨੂੰ ਤੇ ਨੁਕਸਾਨ ਹੋਣਾ। ਇਹ ਜਿਹੜੇ ਡੰਗਰ ਨੇ ਪੱਠੇ ਆਪਣੇ ਹੋਣ ਤੇ ਬੰਦਾ 2-3 ਘੰਟੇ ਕੰਮ ਕਰ ਲੇ ਤੇ ਜਿਹੜਾ ਇਹਨਾਂ ਗੁਜ਼ਾਰਾ ਚੱਲ ਜਾਂਦਾ। ਮੇਰੇ ਤਜਰਬੇ 'ਚ ਤੇ ਇਹ ਹੀ ਹੈ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਤੇ ਇਹ ਮੱਝਾਂ ਜਿਹੜੀਆਂ ਨੇ ਇਹਨਾਂ ਕੋਈ ਨਸਲੀ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ मतलब वो मेहनत करे तो उनको फल भी मिले। अस्सलाम वालेकुम जी वालेकुम सलाम। चाचू की हाल है थोड़ा? अल्हम्दुलिल्लाह। ईद कैसी गुजरी है? बस ठीक ठाक गुजरी। ते की अपना इसमें ग्रामी? मेरा नाम मोहम्मद यासीन वल्द अब्दुल कयूम। पिंड केड़ा जे? बहलोला। माशाअल्लाह। ते डंगरां दा काम कितनी देर तो करदे हो? मैं को 13 सालों तो करना पे। 13 साल। ਤੇ ਮਾਸ਼ਾਅੱਲਾ ਉਮਰ ਰਸੀਦਾ ਉਹ ਪਹਿਲੇ ਕੀ ਕਰਦੇ ਹੋ? ਪਹਿਲਾਂ ਮੈਂ ਆਰਮੀ ਚ ਰਿਟਾਇਰ ਹਾਂ ਲਾਂਸ ਹਵਲਦਾਰ। ਮਾਸ਼ਾਅੱਲਾ ਫੌਜੀ ਜਵਾਨ। ਹਾਂਜੀ। ਤੇ ਕਿੰਨੀ ਦੇਰ ਸਰਵਿਸ ਫੌਜ ਦੀ? 20 ਸਾਲ। 20 ਸਾਲ ਤੋਂ ਬਾਅਦ ਇਸ ਕੰਮ ਨੂੰ ਕਿਉਂ ਚੁਣਿਆ ਕਿ ਇਹ ਕੰਮ ਕਰ ਲਈਏ? ਇਹ ਕੰਮ ਨੂੰ ਇਸ ਵਾਸਤੇ ਚੁਣਿਆ ਕਿ ਮੇਰਾ ਤਜਰਬਾ ਸੀ ਕਿ ਜਿਹੜੇ ਮਤਲਬ ਲੋਕ ਪੈਸੇ ਲਾਉਂਦੇ ਨੇ ਨਾ, ਫਰਜ਼ ਕਰੋ ਦੂਸਰੇ ਕੰਮਾਂ ਦੇ ਵਿੱਚ, ਉਹ ਪੈਸੇ ਜ਼ਾਇਆ ਹੋ ਜਾਂਦੇ ਨੇ। ਇੰਨਾ ਇਸ ਕੰਮ ਦੇ ਵਿੱਚ ਪੈਸੇ ਲਾਏ ਬੰਦੇ ਦੇ ਜ਼ਾਇਆ ਨਹੀਂ ਹੁੰਦੇ। ਜਿਸ ਵਕਤ ਚਾਹੇ ਇਹਨਾਂ ਨੂੰ ਸੇਲ ਕਰ ਦਿਓ, ਪੈਸੇ ਲੈ ਲਓ। ਠੀਕ ਹੈ। ਤੁਸੀਂ ਕੋਈ ਰਿਸਰਚ ਕੀਤੀ ਪਹਿਲੇ? ਇਹ ਮੇਰਾ ਮਤਲਬ ਤਜਰਬਾ ਜ਼ਿੰਦਗੀ ਦਾ ਕਿ ਜਾਨਵਰਾਂ ਦੇ ਵਿੱਚ ਘਾਟਾ ਕੋਈ ਨਹੀਂ, ਫਾਇਦਾ ਹੀ ਫਾਇਦਾ। ਇਹ ਅੱਲਾਹ ਪਾਕ ਨੇ ਵੀ ਕਿਹਾ ਕਿ ਤੁਹਾਡੇ ਫਾਇਦੇ ਵਾਸਤੇ ਪੈਦਾ ਕੀਤੇ ਨੇ, ਬਸ਼ਰਤੇ ਕਿ ਇਨਸਾਨ ਨੇਕ ਨੀਤੀ ਨਾਲ ਮਿਹਨਤ ਨਾਲ ਕੰਮ ਕਰੇ ਤਾਂ ਫਿਰ ਉਹਨੂੰ ਮਤਲਬ ਫਾਇਦਾ ਮਿਲਦਾ। ਤੇ ਜੇ ਮਤਲਬ ਕਿੱਲੇ ਤੇ ਬੰਨ੍ਹ ਕੇ ਸੁੱਤਾ ਰਹੇ ਤਾਂ ਫਿਰ ਫਾਇਦਾ ਨਹੀਂ ਮਿਲਦਾ। ਬੜੀ ਸੋਹਣੀ ਗੱਲ ਕੀਤੀ। ਤੇ ਤੁਹਾਡੀ ਮਾਸ਼ਾਅੱਲਾ ਤੁਸੀਂ ਜਿਹੜਾ ਤਜਰਬਾ ਕੀਤਾ ਜਾਂ ਤੁਹਾਡਾ ਜਿਹੜਾ ਜ਼ਿਹਨ ਸੀ, ਤੁਹਾਡੀ ਮੈਂਟੈਲਿਟੀ ਸੀ, 13 ਸਾਲਾਂ ਵਿੱਚ ਤੁਸੀਂ ਕੀ ਹਾਸਲ ਕੀਤਾ? 13 ਸਾਲਾਂ 'ਚ ਅਲਹਮਦੁਲਿਲਾ ਮੇਰੀਆਂ ਜਿਹੜੀਆਂ ਨੇ ਜ਼ਿਆਦਾ ਘਰ ਦੀਆਂ ਨੇ, ਮੈਂ ਆਪਣੇ ਹੱਥੀਂ ਪਾਲੀਆਂ ਨੇ। ਕਿੰਨੀਆਂ ਤੋਂ ਬਣਾਈਆਂ ਜੇ? ਤਕਰੀਬਨ ਪਹਿਲਾਂ ਮੇਰੇ ਕੋਲ 4 ਸਨ, ਫਿਰ 4-5 ਮੇਰੀਆਂ ਆਪਣੀਆਂ ਘਰ ਦੀਆਂ ਹੋ ਗਈਆਂ ਜੀ। ਇਸ ਤਰ੍ਹਾਂ ਮਤਲਬ ਜਿਹੜਾ ਨਾ ਮੇਰਾ ਨਾਲ ਵੇਚਦੇ ਵੀ ਰਹੇ? ਹਾਂ ਵੇਚੀਆਂ, 3-4 ਵੇਚ ਵੀ ਛੜੀਆਂ ਨੇ ਵਿੱਚ। ਤੇ ਜੋ ਤੁਹਾਡੀ ਸੋਚ ਸੀ ਕਿ ਬਈ ਇਸ ਕੰਮ ਵਿੱਚ ਬਰਕਤ ਦੀ ਬਰਕਤ ਹੈ, ਹਾਂਜੀ, ਤੇ ਉਹ ਤੁਹਾਡੀ ਸੋਚ ਜਿਹੜੀ ਉਹ ਸਾਬਤ ਹੋਈ ਸਹੀ? ਇਨਸ਼ਾਅੱਲਾ। ਇਹ ਤੇ ਅੱਲਾਹ ਪਾਕ ਦਾ ਹੁਕਮ ਹੈ ਕਿ ਜਿਹੜਾ ਨਾ ਇਸ ਦੇ ਵਿੱਚ ਘਾਟਾ ਕੋ ਨਹੀਂ, ਸਿਰਫ ਇੱਕ ਤੁਹਾਡੀ ਨੀਅਤ ਠੀਕ ਹੋਣੀ ਚਾਹੀਦੀ ਹੈ, ਮਿਹਨਤ ਤੁਹਾਨੂੰ ਕਰਨੀ ਚਾਹੀਦੀ ਹੈ। ਫਾਇਦਾ ਹੀ ਫਾਇਦਾ, ਨੁਕਸਾਨ ਨਹੀਂ। ਠੀਕ ਹੋ ਗਿਆ। ਹਾਂਜੀ। ਤੇ ਇਕੱਲੇ ਹੱਥੀਂ ਕਰਦੇ ਹੋ? ਨਹੀਂ, ਮੇਰਾ ਬੇਟਾ ਵੀ ਮੇਰੇ ਨਾਲ ਕਰਦਾ। 2 ਬੰਦੇ ਹੋ ਗਏ। ਹਾਂਜੀ। ਤੇ ਕੋਈ ਆਪਣੀ ਜ਼ਮੀਨ ਐਵੇਂ ਜਾਂ ਮੁੱਲ ਦੇ? ਨਹੀਂ, ਮੇਰੀ 4 ਕਿੱਲੇ ਜ਼ਮੀਨ ਹੈ ਤੇ ਕੁਝ ਠੇਕੇ ਤੇ ਲਈ ਹੈ। ਕਿੰਨੀ ਲੈਣੀ ਪੈਂਦੀ ਹੈ ਸਾਲਾਨਾ ਠੇਕੇ ਤੇ? ਸਾਲਾਨਾ ਮੇਰੇ ਕੋਲ 2 ਕਿੱਲੇ ਠੇਕੇ ਦੇ ਵਿੱਚ, 4 ਕਿੱਲੇ ਮੇਰੀ ਆਪਣੀ ਹੈ। ਠੀਕ ਹੈ। ਨਹੀਂ, ਉਹਦੇ 'ਚ ਸਿਰਫ ਇਹ ਜਾਨਵਰਾਂ ਵਾਸਤੇ ਮੈਂ ਸਿਰਫ ਇਹਨਾਂ ਵਾਸਤੇ ਪੱਠੇ ਬੀਜਣਾ। ਫਸਲਾਂ ਵੀ ਤਾਂ ਤੁਸੀਂ ਉਗਾਉਂਦੇ ਹੋਗੇ ਨਾ? ਜ਼ਿਆਦਾ ਇਹਨਾਂ ਵਾਸਤੇ ਪੱਠੇ ਬੀਜੇ ਦੇ ਨੇ, ਚਰੀ ਤੇ ਮਤਲਬ ਛਟਾਲਾ। ਅੱਛਾ। ਤੁਹਾਡੇ ਮਾਸ਼ਾਅੱਲਾ ਟੋਟਲ ਇਸ ਟਾਈਮ ਕਿੰਨੇ ਜਾਨਵਰ? ਇਸ ਵਕਤ ਮੇਰੇ ਕੋਲ 12 ਜਾਨਵਰ ਨੇ। ਮੇਰਾ ਇੱਕ ਛੋਟਾ ਸਵਾਲ ਹੈ ਕਿ ਕਮ ਅਜ਼ ਕਮ ਕਿੰਨੇ ਜਾਨਵਰਾਂ ਵਾਸਤੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ, ਕਮ ਅਜ਼ ਕਮ, ਜਿਹੜੀ ਉਹਨਾਂ ਦੀ ਜ਼ਰੂਰੀਅਤ ਪੂਰੀ ਕਰ ਸਕੇ? ਗੱਲ ਇਹ ਵੇ ਕਿ ਕਮ ਅਜ਼ ਕਮ ਇੱਕ ਜਾਨਵਰ ਵਾਸਤੇ ਕਮ ਅਜ਼ ਕਮ 1 ਕਿੱਲਾ ਜ਼ਮੀਨ ਜ਼ਰੂਰ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਉਹਦੇ ਪੱਠੇ ਬੀਜ ਸਕੇ, ਬੰਦਾ ਸਕੂਨ ਨਾਲ ਵੱਢ ਕੇ ਪਾ ਸਕੇ। ਠੀਕ ਹੈ ਜੀ। ਠੀਕ ਹੋ ਗਿਆ। ਅੱਛਾ ਚਾਚੂ, ਇਹ ਦੱਸੋ ਕਿ ਤੁਹਾਡੀ ਇਸ ਟਾਈਮ ਹੁਣ ਗਰਮੀਆਂ ਦਾ ਮੌਸਮ ਹੈ ਤੇ ਕੀ ਰੂਟੀਨ ਹੈ ਤੁਹਾਡੀ? ਕਿੰਨੀ ਦੇਰ ਇਹਨਾਂ ਨੂੰ ਚਾਰਦੇ ਹੋ, ਕਿੰਨੀ ਮਿਹਨਤ ਕਰਦੇ ਹੋ? ਮੈਂ ਹੁਣ ਤੁਹਾਡੇ ਸਾਹਮਣੇ ਲੈ ਕੇ ਆਇਆ, ਕੋਈ ਘੰਟਾ ਕੁ ਹੋਇਆ, ਤੇ ਮੈਂ 2-3 ਘੰਟੇ ਇਹਨਾਂ ਨੂੰ ਚਾਰਨਾ, ਫਿਰ ਛਾਵੇਂ ਬੰਨ੍ਹ ਛੱਡਣਾ ਇੱਥੇ ਹੀ, ਕੁਛ ਇੱਧਰ ਤੇ ਇੱਧਰ, ਕੁਛ ਇੱਧਰ। ਅੱਛਾ। ਹਾਂਜੀ। ਤੇ ਜ਼ਰਾ ਇਹ ਵੀ ਰੋਸ਼ਨੀ ਪਾਇਓ ਗੱਲ ਤੇ ਕਿ ਹੁਣ ਗਰਮੀ ਹੈ ਤੇ ਇਹ ਤੁਸੀਂ ਇਹ ਸ਼ਟਾਲਾ ਜਿਹੜਾ ਖਵਾ ਰਹੇ ਹੋ, ਹਾਂਜੀ, ਇਹ ਫੁੱਲਾਂ ਵਾਲਾ ਸ਼ਟਾਲਾ ਹੈ। ਹਾਂਜੀ। ਤੇ ਜ਼ਿਮੀਦਾਰ ਭਰਾਵਾਂ ਨੂੰ ਦੱਸਿਓ ਕਿ ਇਹਦੇ ਖਵਾਉਣ ਵਿੱਚ ਕੋਈ ਫਾਇਦਾ, ਕੋਈ ਨੁਕਸਾਨ? ਇਹਦੇ ਮਤਲਬ ਇਹ ਸ਼ਟਾਲਾ ਜਿਹੜਾ ਇਹਦੇ ਵਿੱਚ ਫਾਇਦਾ ਹੀ ਹੁੰਦਾ ਹੈ, ਜਾਨਵਰ ਨੂੰ ਨੁਕਸਾਨ ਨਹੀਂ ਹੁੰਦਾ। ਫੁੱਲਾਂ ਵਾਲੇ 'ਚ ਵੀ? ਫੁੱਲਾਂ ਵਾਲੇ 'ਚ ਵੀ, ਕਿਉਂਕਿ ਸਭ ਤੋਂ ਅੱਛੀ ਖੁਰਾਕ ਜਿਹੜੀ ਹੈ ਸ਼ਟਾਲਾ ਜਾਨਵਰਾਂ ਵਾਸਤੇ। ਜੀ। ਠੀਕ ਹੋ ਗਿਆ। ਤੇ ਇੱਥੇ ਪਾਣੀ ਦਾ ਕੀ ਬੰਦੋਬਸਤ ਕਰਦੇ? ਪਾਣੀ ਦਾ ਸਾਡਾ ਟਰਪੈਨ ਪਹਿਲਾਂ ਲੱਗੀ ਹਜੇ, ਤੇ ਇੰਜਣ ਸੀ ਲੱਗਾ 26 ਹਾਰਸ ਪਾਵਰ ਦਾ, ਉਹ ਵੇਚ ਛੜਿਆ ਤੇ ਨਾਲ ਪੰਪ ਲੱਗਾ ਬਿਜਲੀ ਤੇ ਲਾਇਆ ਪੰਪ। ਉਂਝ ਤੁਹਾਡੇ ਤਜਰਬੇ ਦੇ ਮੁਤਾਬਿਕ? ਹਾਂਜੀ। ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਕੜੀ ਧੁੱਪ ਹੈ ਤੇ ਇੱਕ ਜਾਨਵਰ ਨੂੰ ਕਿੰਨੀ ਦੇਰ ਚਾਰਨਾ ਚਾਹੀਦਾ ਹੈ ਔਰ ਕਿੰਨੀ ਦੇਰ ਬਾਅਦ ਉਹਨੂੰ ਪਾਣੀ ਮਿਲਣਾ ਜ਼ਰੂਰੀ ਹੈ, ਕਮ ਅਜ਼ ਕਮ ਔਰ ਜ਼ਿਆਦਾ ਤੋਂ ਜ਼ਿਆਦਾ? ਕਮ ਅਜ਼ ਕਮ 2 ਦਫਾ ਤੇ ਪਾਣੀ ਲਾਜ਼ਮੀ ਹੈ। ਤੇ ਅਗਰ ਜ਼ਿਆਦਾ ਪਿਲਾਓਗੇ ਤੇ ਜਾਨਵਰ ਮਤਲਬ ਖੁਸ਼ ਰਹੇਗਾ, ਪਾਣੀ 'ਚ ਛੱਡੋਗੇ ਤੇ ਠੰਡਾ ਰਹੇਗਾ। ਕਮ ਅਜ਼ ਕਮ 2 ਦਫਾ ਪਾਣੀ ਜਿਹੜਾ ਨਾ ਪਿਲਾਉਣਾ ਚਾਹੀਦਾ ਦਿਹਾੜੀ ਦੇ ਵਿੱਚ। ਜਿਹੜਾ ਤੁਸੀਂ ਜਾਨਵਰ ਨੂੰ ਪਾਣੀ ਵਿੱਚ ਵਾੜਦੇ ਹੋ ਫਿਰ ਦੁਬਾਰਾ ਜਾਨਵਰ ਧੁੱਪੇ ਆਈ ਜਾਂਦਾ ਹੈ? ਹਾਂਜੀ। ਇਹ ਗਰਮ ਸਰਦ ਹੋਣ ਦਾ ਮਾਮਲਾ ਤਾਂ ਨਹੀਂ? ਨਹੀਂ, ਐਡੀ ਜਲਦੀ ਨਹੀਂ ਹੁੰਦਾ। ਜ਼ਿਆਦਾ ਸ਼ਦੀਦ ਗਰਮੀ ਹੋਏ ਤੇ ਫਿਰ ਹੁੰਦਾ ਮਸਲਾ, ਨਾਰਮਲ ਇਹੋ ਜਿਹੇ ਮੌਸਮ 'ਚ ਕੁਝ ਵੀ ਨਹੀਂ ਹੁੰਦਾ। ਤੇ ਅਗਰ ਖੁਦਾ ਨਾ ਖਾਸਤਾ ਤਾਪ ਲੱਗ ਜੇ ਤੇ?
ਲੱਗ ਜੇ ਤੇ ਫਿਰ ਅਸੀਂ ਇਸ ਤਰ੍ਹਾਂ ਕਰਨੇ ਆ ਕਿ ਟੀਕੇ ਰੱਖੇ ਨੇ, ਉਹ ਟੀਕੇ ਲਾਈ ਦੇ ਨੇ। ਕਿਹੜਾ ਟੀਕਾ ਤੁਸੀਂ ਸੁਜੈਸਟ ਹੁਣ ਮੈਨੂੰ ਜ਼ੁਬਾਨੀ ਯਾਦ ਨਹੀਂ ਟੀਕੇ, ਕਿਉਂਕਿ ਮੇਰਾ ਬੇਟਾ ਹੀ ਕਰਦਾ ਹੈ ਟੀਕੇ ਛਿੱਕੇ ਵਾਲਾ ਕੰਮ। ਅੱਛਾ, ਤੁਸੀਂ ਮੈਕਸਿਮਮ ਦੁੱਧ ਕਿੰਨਾ ਤੁਹਾਡੇ ਹੋਇਆ ਡੇਰੇ ਤੇ, ਜਿਹੜਾ ਤੁਸੀਂ ਆਪਣੀ ਵੇਖਿਆ ਹੋਇਆ ਆਪਣੇ ਤਜਰਬੇ ਦੇ ਮੁਤਾਬਕ ਕਿ ਜ਼ਿਆਦਾ ਦੁੱਧ ਜਿਹੜਾ ਨਾ ਡੰਗਰਾਂ ਦਾ ਮੈਨਾ ਲੈ ਲਿਆ? ਇੱਕ ਮੱਝ ਦਾ। ਇੱਕ ਮੱਝ ਦਾ ਵੀ ਦੱਸ ਦਿਓ, ਓਵਰਆਲ ਵੀ ਦੱਸ ਦਿਓ। ਸਾਡੇ ਇੱਥੇ ਨਾ ਪੱਠੇ ਦਾ ਬੜਾ ਮਸਲਾ ਹੈ ਇਹ ਸਾਡੇ ਪਿੰਡ ਦੇ ਵਿੱਚ, ਕਿ ਜ਼ਿਆਦਾ ਇੱਥੇ ਬਾਜਰਾ ਲੱਭਦਾ ਕੋਈ ਨਹੀਂ। ਪੈਲੀ ਹੈ ਜਿਹੜੀ ਜ਼ਿਆਦਾ ਮਤਲਬ ਬਾਰਿਸ਼ਾਂ ਪੈਂਦੀਆਂ ਨੇ ਤੇ ਪਾਣੀ ਖੜਾ ਹੋ ਜਾਂਦਾ, ਤੇ ਜਿੰਨੀ ਦੇਰ ਡੰਗਰ ਨੂੰ ਜ਼ਿਆਦਾ ਪੱਠਾ ਜਾਂ ਕੰਮ ਦਾ ਪੱਠਾ ਨਾ ਪਾਇਆ ਜਾਏ ਤੇ ਉਹ ਦੁੱਧ ਮਤਲਬ ਘੱਟ ਹੀ ਦਿੰਦਾ। ਸਾਡੇ ਡੰਗਰ ਜਿਹੜੇ ਨੇ ਲੋਕਾਂ ਦੀ ਬਨਿਸਬਤ ਘੱਟ ਦੁੱਧ ਦਿੰਦੇ ਨੇ, ਕਿਉਂਕਿ ਇਹਨਾਂ ਨੂੰ ਪੱਠਾ ਨਹੀਂ ਸਹੀ ਮਿਲਦਾ। ਠੀਕ ਹੈ। ਅੱਲਾ ਤੁਸੀਂ ਜ਼ਮੀਨ ਵੀ ਇਹਨਾਂ ਵਾਸਤੇ ਅਲੱਗ ਤੋਂ ਰੱਖੀ ਹੈ? ਹਾਂਜੀ। ਤੇ ਮੇਰਾ ਸਵਾਲ ਹੈ ਵੀ ਕਿ ਤੁਸੀਂ ਮਿਸਾਲ ਤੌਰ ਤੇ 13 ਡੰਗਰ ਨੇ ਤੁਹਾਡੇ, ਹਾਂਜੀ, ਤੇ ਤੁਹਾਡੇ ਡੇਰੇ ਤੇ ਸਵੇਰ ਸ਼ਾਮ ਦਾ ਦੁੱਧ ਮਿਲਾ ਕੇ ਮੈਕਸਿਮਮ ਕਿੰਨਾ ਹੋ ਗਿਆ? ਹੁਣ ਤਾਂ ਫਿਲਹਾਲ ਘੱਟ ਹੀ ਹੈ ਦੁੱਧ, ਤਕਰੀਬਨ ਕੋਈ 30 ਕਿਲੋ ਹੁੰਦਾ। ਠੀਕ ਹੈ। ਹਾਂਜੀ। ਤੇ ਜਦੋਂ ਸਾਰੇ ਜਾਨਵਰ ਜਿਹੜੇ ਨੇ ਉਹ ਸਵਰੇ ਹੁੰਦੇ ਨੇ ਤਾਂ ਉਦੋਂ ਮਣ ਤੋਂ ਉੱਤੇ ਹੋ ਜਾਂਦਾ। ਤੇ ਦੁੱਧ ਦਾ ਤੁਸੀਂ ਕਿੰਨਾ ਵੇਚਦੇ ਹੋ, ਕਿੰਨਾ ਘਰ ਇਸਤੇਮਾਲ ਕਰਦੇ ਹੋ? ਅਸੀਂ ਘਰ ਕੋਈ 4 ਕਿਲੋ ਰੱਖਦੇ ਹਾਂ, ਬਾਕੀ ਸੇਲ ਕਰ ਛੱਡਨੇ। ਸਾਰਾ ਸੇਲ ਕਰ ਛੱਡਦੇ? ਸਾਰਾ ਸੇਲ ਕਰਨੇ। ਤੇ ਉਹ ਜਿਹੜੀ ਇਨਕਮ ਆਉਂਦੀ ਹੈ ਉਹ ਤੁਸੀਂ ਜਾਨਵਰਾਂ ਤੇ ਹੀ ਲਗਾਉਂਦੇ ਹੋ? ਨਹੀਂ, ਗੱਲ ਇਹ ਵੇ ਨਾ ਕਿ ਇਹ ਜਾਨਵਰ ਤੇ ਸਾਡਾ ਜ਼ਰੀਆ ਮੁਆਸ਼ ਹੈ ਜੀ। ਠੀਕ ਹੈ। ਇਹਨਾਂ ਦਾ ਦੁੱਧ ਵੀ ਅਸੀਂ ਸੇਲ ਕਰਕੇ ਆਪਣੀ ਜ਼ਰੂਰੀਅਤ ਤੇ ਜ਼ਿੰਦਗੀ ਪੂਰੀ ਕਰਨੇ ਆ, ਇਹਨਾਂ ਨੂੰ ਵੀ ਸੇਲ ਕਰਕੇ ਪੂਰੀ ਕਰਨੇ ਆ। ਕਿ ਮੈਂ ਹਰ ਸਾਲ ਮਤਲਬ ਇੱਕ ਅੱਧਾ ਕੱਟਾ ਮੇਰਾ ਤਿਆਰ ਹੋ ਜਾਂਦਾ, ਮੈਂ ਸੇਲ ਕਰ ਛੱਡਣਾ ਜੀ ਦੇ ਉੱਤੇ। ਉਹ ਤਾਂ ਤੁਹਾਡੀ ਕਮੇਟੀ ਹੋ ਗਈ। ਹਾਂਜੀ। ਤੇ ਉਂਝ ਜਿਹੜਾ ਤੁਹਾਡਾ ਰੋਜ਼ਾਨਾ ਮਹੀਨਾ ਜਿਹੜਾ ਤੁਹਾਡਾ ਚੱਲਦਾ ਮਹਾਨਾ ਖਰਚ ਉਹ ਜਾਨਵਰਾਂ ਤੋਂ ਹੀ ਚੱਲਦਾ ਪਿਆ? ਨਹੀਂ, ਮੈਂ ਇੱਕ ਤਾਂ ਮੇਰੀ ਪੈਨਸ਼ਨ ਹੁੰਦੀ ਹੈ, ਪੈਨਸ਼ਨ ਤੋਂ। ਇੱਕ ਮੇਰਾ ਬੇਟਾ ਹੈ FWO ਦੇ ਵਿੱਚ ਜੀ, ਉਹ ਕਰਦਾ। ਮੇਰੀਆਂ ਬੱਚੀਆਂ ਨੇ 2, ਉਹ ਵੀ ਟੀਚਰ ਨੇ। ਤੇ ਨਾਲ ਇਹ ਮਤਲਬ ਅਸੀਂ ਗੁਜ਼ਾਰੇ ਵਾਸਤੇ ਰੱਖਿਆ ਕਿ ਆਰੇ ਲੱਗੇ ਆ। ਹੋਰ ਕੋਈ ਦੁੱਧ ਮਿਲ ਗਿਆ ਪਲੱਸ ਕੁਛ ਇਹਨਾਂ ਦਾ ਜਿਹੜਾ ਮਤਲਬ ਜਿਹੜਾ ਨਾ ਹੁਣ ਕੁਝ ਕਰਨਾ ਤੇ ਹੈ ਨਾ ਜ਼ਿੰਦਗੀ ਦੇ ਵਿੱਚ, ਇਹ ਤਾਂ ਨਹੀਂ ਕਿ ਹੱਥ ਤੇ ਹੱਥ ਧਰ ਕੇ ਬੰਦਾ ਬਹਿ ਰਿਹਾ। ਠੀਕ ਹੋ ਗਿਆ। ਜਿਹੜੇ ਲੋਕ ਕਹਿੰਦੇ ਨੇ ਕਿ ਇਸ ਕੰਮ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ, ਹਾਂਜੀ, ਜਿਹੜੇ ਲੋਕ ਕਹਿੰਦੇ ਨੇ ਕਿ ਸਵੇਰ ਸ਼ਾਮ ਡੰਗਰਾਂ ਦੇ ਵਿੱਚ ਵੜਨਾ ਪੈਂਦਾ ਹੈ, ਹਾਂਜੀ, ਔਰ ਜਿਹੜੇ ਲੋਕ ਕਹਿੰਦੇ ਨੇ ਕਿ ਇਹਦੇ ਵਿੱਚ ਨੁਕਸਾਨ ਹੈ, ਉਹਨਾਂ ਨੂੰ ਕੀ ਜਵਾਬ ਦੇਵੋਗੇ? ਮੈਂ ਤੇ ਉਹਨਾਂ ਨੂੰ ਇਹ ਕਹਿਣਾ ਕਿ ਨੁਕਸਾਨ ਉਸ ਬੰਦੇ ਨੂੰ ਹੁੰਦਾ ਹੈ ਜਿਹੜਾ ਬੰਦਾ ਖੁਦ ਹੱਡਰਾਮ ਹੁੰਦਾ, ਮਿਹਨਤ ਨਹੀਂ ਕਰਦਾ। ਡੰਗਰਾਂ ਨੂੰ ਬੰਨ੍ਹ ਕੇ ਤੁਸੀਂ ਪੱਠੇ ਪਾਓਗੇ ਤਾਂ ਫਿਰ ਨੁਕਸਾਨ ਹੀ ਹੈ। ਤੇ ਜੇ ਅਗਰ ਇਹਨਾਂ ਨੂੰ ਮਤਲਬ ਘੜੀ ਤੁਸੀਂ ਚਾਰ ਲਿਆਓਗੇ ਤਾਂ ਫਿਰ ਤੁਹਾਡਾ ਫਾਇਦਾ ਹੀ ਫਾਇਦਾ। ਇਹ ਹੁਣ ਵੇਖੋ ਨਾ, ਇੱਕ ਬੰਦਾ ਇੱਥੇ ਡੰਗਰ ਚਾਰਦਾ, ਤਕਰੀਬਨ 40 ਡੰਗਰ ਨੇ ਉਹਦੇ, ਇੱਕ ਬੰਦਾ ਪਿੱਛੇ ਲੱਗਾ, ਉਹਨੇ 40 ਡੰਗਰਾਂ ਨੂੰ ਮਤਲਬ ਸ਼ਾਮ ਨੂੰ ਰਜਾ ਕੇ ਬੰਨ੍ਹ ਦੇਣਾ ਤੇ ਫਿਰ ਉਹਨਾਂ ਦਾ ਦੁੱਧ ਚੋਣਾ ਉਹਨੇ, ਤੇ ਉਹਨੂੰ ਤਾਂ ਫਾਇਦਾ ਹੋਣਾ। ਤੇ ਇੱਕ ਬੰਦੇ ਨੇ ਹੁਣ 2 ਮੱਝਾਂ ਰੱਖੀਆਂ ਨੇ ਤੇ ਉਹ ਜਨਾਬ ਲੇਟਿਆ, ਕਰਦਾ ਹੀ ਕੱਖ ਨਹੀਂ, ਤੇ ਫਿਰ ਉਹਨੂੰ ਤਾਂ ਨੁਕਸਾਨ ਹੋਣਾ। ਜਿਹੜਾ ਬੰਦਾ ਮਿਹਨਤ ਕਰੇਗਾ ਅੱਲਾਹ ਪਾਕ ਉਹਨੂੰ ਸਿਲਾ ਦਿੰਦੀ ਹੈ। ਠੀਕ ਹੋ ਗਿਆ। ਔਰ 24 ਘੰਟਿਆਂ ਵਿੱਚ ਕਿੰਨੇ ਘੰਟੇ ਤੁਸੀਂ ਕੰਮ, ਅਗਰ ਕਿਸੇ ਬੰਦੇ ਨੂੰ ਦੱਸਣਾ ਚਾਹੋ, ਸੁਜੈਸਟ ਕਰਨਾ ਚਾਹੋ ਕਿ ਬਈ ਇੰਨੇ ਘੰਟੇ ਕੰਮ ਅਗਰ ਕਮ ਅਜ਼ ਕਮ ਕਰ ਲਏ ਜਾਣ ਤੇ ਇਹ ਕੰਮ ਚੱਲ ਜਾਂਦਾ? ਇਹ ਜਿਹੜੇ ਡੰਗਰ ਨੇ ਨਾ ਪੱਠੇ ਆਪਣੇ ਹੋਣ ਤੇ ਬੰਦਾ 2-3 ਘੰਟੇ ਕੰਮ ਕਰ ਲੇ ਤੇ ਜਿਹੜਾ ਇਹਨਾਂ ਗੁਜ਼ਾਰਾ ਚੱਲ ਜਾਂਦਾ। ਯਾਨੀ 24 ਘੰਟਿਆਂ ਵਿੱਚ ਸਿਰਫ 4 ਘੰਟੇ? 4 ਘੰਟੇ ਮਤਲਬ ਪੱਠੇ ਹੀ ਇਹਨਾਂ ਦੇ ਬਣਾਉਣੇ ਨੇ ਨਾ, ਪੱਠੇ ਵੱਢ ਕੇ ਲੈ ਜਾਓ, ਜਾ ਕੇ ਆਰਾਮ ਨਾਲ ਸੁੱਟ ਤੇ ਪਾਉਂਦੇ ਰਹੋ ਬਸ। ਉੱਥੇ ਤਾਂ ਫਿਰ ਰਹਿਣਾ ਹਾਜ਼ਰ ਹੀ ਪੈਂਦਾ, ਇਹ ਨਹੀਂ ਕਿ ਬੰਦਾ ਛੱਡ ਕੇ ਤੁਰ ਜਾਏ। ਹਾਂਜੀ, ਹਾਂਜੀ। ਤੇ ਮਤਲਬ ਸਫਾਈ ਦਾ ਕੁਝ ਮਾਮਲਾ ਹੋ ਗਿਆ, ਕੁਝ ਉਹਨਾਂ ਦਾ ਜਿਹੜਾ ਧਾਰਾਂ ਛਾਰਾਂ ਕੱਢਣੀਆਂ ਨੇ? ਹਾਂਜੀ। ਯਾਨੀ ਕਿ ਅਗਰ 24 ਘੰਟਿਆਂ 'ਚ ਅਸੀਂ 6 ਘੰਟੇ ਵੀ ਲਗਾਈਏ ਐਵਰੇਜ, ਹਾਂਜੀ, ਹਾਂਜੀ, ਤੇ ਬਾਕੀ ਜਿਹੜਾ ਵੀ ਉਹ ਬੰਦਾ ਫਾਰਗ ਹੀ ਹੈ? ਨਹੀਂ, ਫਾਰਗ ਡੰਗਰਾਂ ਵਾਲਾ ਬੰਦਾ ਫਾਰਗ ਤਾਂ ਨਹੀਂ ਹੁੰਦਾ। ਇਹਨਾਂ ਨੂੰ ਕਦੇ ਮਤਲਬ ਪਾਣੀ ਡਾਣਾ ਪੈਂਦਾ, ਕਦੇ ਧੁੱਪੇ ਕਰਨਾ ਪੈਂਦਾ, ਕਦੇ ਛਾਵੇਂ ਕਰਨਾ ਪੈਂਦਾ। ਲੇਕਿਨ ਉਹ ਮਾਰਾਮਾਰੀ ਨਹੀਂ? ਮਾਰਾਮਾਰੀ ਨਹੀਂ, ਸਿਰਫ ਮਾਰਾਮਾਰੀ ਇਹਨਾਂ ਦੀ ਪੱਠਿਆਂ ਦੀ ਹੁੰਦੀ। ਉਹ 2-3 ਘੰਟੇ ਬੰਦਾ ਲਾਇਆ ਤੇ ਪੱਠੇ ਬਣਾ ਲੈਂਦਾ। ਵੱਢਣੇ ਨੇ ਨਾ ਪੱਠੇ, ਵੱਢ ਕੇ ਤੇ ਲੈ ਜਾਂਦਾ ਬੰਦਾ। ਤੁਸੀਂ ਇੱਕ ਥੋੜੀ ਸਾਨੂੰ ਐਵਰੇਜ ਦੱਸ ਸਕਦੇ ਹੋ ਕਿ ਇੱਕ ਮੱਝ ਜਿਹੜੀ ਹੈ ਉਹ ਸਾਲਾਨਾ, ਜਿਹੜੀ ਕੋਈ 2.5 ਜਾਂ 3 ਲੱਖ ਦੀ ਮੱਝ ਹੈ, ਉਹ ਸਾਲਾਨਾ ਕਿੰਨਾ ਬਚਤ ਕਰ ਜਾਂਦੀ ਹੈ? ਯਾਨੀ ਸਵਾਲ ਪੁੱਛਣ ਦਾ ਮਕਸਦ ਹੈ ਕਿ ਉਹ ਆਪਣੇ ਪੈਸੇ ਪੂਰੇ ਕਰਕੇ ਮਜ਼ੀਦ ਮਾਲਕ ਨੂੰ ਕੀ ਦੇ ਜਾਂਦੀ ਹੈ? ਗੱਲ ਇਹ ਨਾ, ਹੁਣ ਜਿਹੜੀਆਂ ਅੱਛੀਆਂ ਮੱਝਾਂ ਨੇ ਜੀ, ਅੱਛਾ ਦੁੱਧ ਦਿੰਦੀਆਂ ਨੇ, ਉਹ ਮਾਲਕ ਨੂੰ ਵੀ ਮਤਲਬ ਕੁਛ ਨਾ ਕੁਛ ਬਚਾ ਕੇ ਦੇ ਜਾਂਦੀਆਂ ਨੇ। ਇਹਨਾਂ ਦਾ ਪੱਕੀ ਲਿਮਟ ਤੇ ਹੈ ਕੋਈ ਨਹੀਂ ਕਿ ਜੀ ਇਹਨੇ ਇੰਨਾ ਬਚਾਉਣਾ। ਅਪਰੋਕਸੀਮੇਟਲੀ ਯਾਨੀ ਐਵਰੇਜ ਕੋਈ ਦੱਸ ਦਿਓ ਕਿ ਇੰਨੀ ਕਮ ਅਜ਼ ਕਮ ਇੰਨੇ ਜ਼ਿਆਦਾ? ਫਿਕਸ ਤੇ ਕੋਈ ਨਹੀਂ, ਫਿਕਸ ਬੰਦਾ ਨਹੀਂ ਦੱਸ ਸਕਦਾ ਕਿ ਜੀ ਇੰਨੀ ਬੱਚਤ ਹੈ। ਬਹਰਹਾਲ ਇਹ ਹੈ ਕਿ ਅਲਹਮਦੁਲਿਲਾ ਅਗਰ ਬੰਦਾ ਮਿਹਨਤ ਕਰੇ ਤੇ ਬੱਚਤ ਹੀ ਹੈ, ਨੁਕਸਾਨ ਨਹੀਂ ਇਹਦੇ 'ਚ। ਠੀਕ ਹੋ ਗਿਆ। ਤੇ ਚਾਚੋ ਕੋ ਤੁਸੀਂ ਅਗਰ ਜਾਨਵਰ ਕੋਈ ਬਿਮਾਰ ਹੋ ਜਾਏ, ਹਾਂਜੀ, ਤੇ ਇਲਾਜ ਕਿਹੜੇ ਨੂੰ ਪ੍ਰੈਫਰ ਦਿੰਦੇ ਹੋ, ਵਿਦੇਸ਼ੀ ਜਾਂ ਵਿਲਾਇਤੀ? ਨਹੀਂ, ਅਸੀਂ ਤੇ ਜਿਹੜਾ ਨਾ ਡਾਕਟਰ ਹੈ ਸਾਡਾ, ਜਿਹੜਾ ਮਤਲਬ ਯੂਨੀਅਨ ਕਾਉਂਸਲ ਦਾ, ਅਸੀਂ ਉਹਨੂੰ ਫੋਨ ਕਰਨੇ ਆ ਜਾਂਦਾ, ਆਣ ਕੇ ਟੀਕੇ ਲਾ ਜਾਂਦਾ। ਨਹੀਂ ਤੇ ਉਹ ਸਾਨੂੰ ਦੱਸ ਦਿੰਦਾ ਕਿ ਫਲਾਣਾ ਟੀਕਾ ਲਾ ਦਿਓ, ਅਸੀਂ ਲਾ ਦਿੰਦੇ ਹਾਂ। ਸਹੀ ਹੋ ਗਿਆ। ਆਖਰ ਤੇ ਇਹ ਦੱਸਿਓ ਕਿ ਜਿਹੜੇ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ, ਹਾਂਜੀ, ਉਹਨਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਕਿ ਕਿੰਨਿਆਂ ਜਾਨਵਰਾਂ ਤੋਂ ਸ਼ੁਰੂ ਕਰਨ? ਕਿਉਂਕਿ ਤੁਸੀਂ ਵੀ ਨਵੇਂ ਬੰਦੇ ਹੀ ਸੋ, ਤੁਸੀਂ ਵੀ ਨਵੇਂ ਸ਼ੁਰੂ ਕੀਤਾ, ਕਿੰਨਿਆਂ ਤੋਂ ਸ਼ੁਰੂ ਕਰਨ
ਔਰ ਕਿਹੜੀਆਂ ਮੱਝਾਂ ਲੈ ਗੱਲ ਇਹ ਵੇ ਨਾ ਕਿ ਹੁਣ ਇੱਕ ਬੰਦਾ ਹੈ, ਉਹਨੇ ਮਤਲਬ ਜ਼ਿਆਦਾ ਮੱਝਾਂ ਰੱਖਣੀਆਂ ਨੇ, ਜੀ। ਫਰਜ਼ ਕਰੋ 100 200 300 ਮੱਝ ਰੱਖਣੀ ਹੈ, ਜੀ ਤੇ ਇੱਕ ਬੰਦਾ ਜਿਹਨੇ 3-4 ਰੱਖਣੀਆਂ ਨੇ, ਜੀ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਹੈ। ਫਰਕ ਜਿਹਨੇ ਮਤਲਬ ਘੱਟ ਰੱਖਣੀਆਂ ਨੇ ਉਹ ਇੱਕ ਦੋ ਸਟਾਰਟ ਕਰੇ, ਤੇ ਫਿਰ ਆਸਤਾ ਆਸਤਾ ਇਹ ਮਤਲਬ ਜਿਹੜਾ ਨਾ ਉਹਨੂੰ ਪਤਾ ਲੱਗ ਜਾਏਗਾ ਕਿ ਵੀ ਕੀ ਫਾਇਦਾ ਤੇ ਕੀ ਨੁਕਸਾਨ ਹੈ। ਇਸ ਤਰ੍ਹਾਂ ਜਿਹਨੇ ਜ਼ਿਆਦਾ ਕੰਮ ਕਰਨਾ ਹੈ ਉਹਨੂੰ ਚਾਹੀਦਾ ਕਿ ਮਤਲਬ 10-20 ਲੈ ਕੇ ਆਏ, ਉਹਨਾਂ ਨੂੰ ਮਤਲਬ ਸਾਂਭੇ, ਫਿਰ ਉਹਨੂੰ ਪਤਾ ਲੱਗੇਗਾ ਕਿ ਵੀ ਕਿੰਨਾ ਕੁ ਫਾਇਦਾ ਹੈ, ਉਸ ਦੇ ਹਿਸਾਬ ਨਾਲ ਅੱਗੇ। ਅਗਰ ਇਕੱਠੀਆਂ ਉਹ ਫਰਜ਼ ਕਰੋ ਕੋਈ ਦੁੱਧ ਦੇਣ ਵਾਲੀਆਂ ਲੈਣ ਹੁੰਦਾ ਤਾਂ ਇੱਕਦਮ ਹੀ ਮਤਲਬ ਦੁੱਧ ਦੇ ਕੇ ਬਾਅਦ 'ਚ ਖੁਸ਼ਕ ਹੋ ਜਾਂਦੀਆਂ ਨੇ, ਤੇ ਫਿਰ ਨੁਕਸਾਨ ਸ਼ੁਰੂ ਹੋ ਜਾਂਦਾ। ਮੱਝਾਂ ਤੇ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ, ਕੁਛ ਦੁੱਧ ਦਿੰਦੀਆਂ ਹੋਣ, ਕੁਛ ਮਤਲਬ ਖੰਘਣੀਆਂ ਵੀ ਹੋਣ, ਤੇ ਉਹਦਾ ਗੁਜ਼ਾਰਾ ਚੱਲਦਾ ਰਹੇ, ਰੂਟੀਨ ਚੱਲਦੀ ਰਹੇ ਉਹਦੀ। ਠੀਕ ਹੋ ਗਿਆ। ਯਾਨੀ ਇਸ ਤਰ੍ਹਾਂ ਦਾ ਸਿਸਟਮ ਸਾਈਕਲ ਦੀ ਚੇਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਨਾਲ ਰਲਦੀਆਂ ਰਹਿਣ, ਨਾਲ ਜਿਹੜੀਆਂ ਹਾਂ ਬਿਲਕੁਲ, ਮਤਲਬ ਕੁਛ ਜਿਹੜੀਆਂ ਖੰਘਣੀਆਂ ਨੇ ਉਹ ਵੀ ਹੋਣ, ਕੁਛ ਤਾਜ਼ੀਆਂ ਹੋਣ, ਤਾਂ ਕਿ ਜਿਹੜੀਆਂ ਤਾਜ਼ੀਆਂ ਨੇ ਉਹ ਖੰਘਣ ਹੋਣ ਤੇ ਦੂਜੀਆਂ ਮਤਲਬ ਤਿਆਰ ਹੋ ਜਾਣ। ਰਲੇ ਮਿਲੇ ਮਾਲ ਹੋਣਾ ਚਾਹੀਦਾ। ਹਾਂਜੀ ਠੀਕ ਹੋ ਗਿਆ, ਠੀਕ ਹੋ ਗਿਆ। ਜਜ਼ਾਕੱਲਾ ਜੀ, ਤੁਸੀਂ ਬੜੀ ਗੁਫ਼ਤਗੂ ਅੱਛੀ ਕੀਤੀ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਹਾਡੇ ਤਜਰਬੇ 'ਚ ਆਏ, ਔਰ ਕੋਈ ਬੰਦਾ ਤੁਹਾਨੂੰ ਪੁੱਛਦਾ ਤੇ ਤੁਸੀਂ ਚਾਹੁੰਦੇ ਹੋ ਉਹ ਗੱਲ ਸੁਣਾਉਣਾ ਕਿ ਯਾਰ ਮੇਰੇ ਤਜਰਬੇ ਵਿੱਚ ਇਹ ਆਈ ਹੈ ਤੇ ਮੈਂ ਦੱਸਣਾ ਚਾਹੁੰਦਾ, ਕੋਈ ਐਸੀ ਗੱਲ, ਕੋਈ ਨੁਕਤਾ, ਕੋਈ ਅਹਿਮ ਗੱਲ? ਮੇਰੇ ਤਜਰਬੇ 'ਚ ਤਾਂ ਇਹ ਹੀ ਹੈ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਤਾਂ ਇਹ ਮੱਝਾਂ ਜਿਹੜੀਆਂ ਨੇ ਇਹਨਾਂ ਕੋਈ ਨਸਲੀ ਰੱਖਣੀਆਂ ਚਾਹੀਦੀਆਂ ਨੇ, ਤਾਂ ਕਿ ਮਤਲਬ ਉਹ ਮਿਹਨਤ ਕਰੇ ਤੇ ਉਹਨੂੰ ਕੋਈ ਫਲ ਵੀ ਮਿਲੇ। ਫਿਰ ਗਾਈਆਂ ਰੱਖਣੀਆਂ ਚਾਹੀਦੀਆਂ ਨੇ। ਅੱਜ ਕੱਲ੍ਹ ਮਾਸ਼ਾਅੱਲਾ ਗਾਈਆਂ ਬੜਾ ਦੁੱਧ ਦੇਣ ਵਾਲੀਆਂ ਨੇ, ਬੰਦੇ ਨੂੰ ਮਜ਼ਦੂਰੀ ਕਰਨ ਤੋਂ ਬਚਾਉਂਦੀਆਂ ਨੇ ਅਗਰ ਕੋਈ ਸੇਵਾ ਕਰਨ ਵਾਲਾ ਹੋਏ ਤਾਂ। ਜ਼ਬਰਦਸਤ। ਹਾਂਜੀ ਯਾਨੀ ਤੁਸੀਂ ਲਾਸਟ ਤੇ ਸਾਡੇ ਨਾਜ਼ਰੀਨ ਨੂੰ ਇਹ ਸੁਜੈਸਟ ਕਰ ਰਹੇ ਹੋ ਕਿ ਅਗਰ ਇਹ ਕੰਮ ਕਰਨਾ ਹੈ ਹਾਂਜੀ ਤੇ ਫਿਰ ਗਾਵਾਂ ਵੀ ਰੱਖੋ ਹਾਂਜੀ, ਤੇ ਮੱਝਾਂ ਵੀ ਰੱਖੋ, ਲੇਕਿਨ ਪ੍ਰੈਫਰ ਦਵੋ ਨਸਲ ਵਾਲੀਆਂ, ਨਸਲ ਵਾਲੀਆਂ ਨੇ, ਦੁੱਧ ਦੇਣ ਵਾਲੀਆਂ। ਹਾਂਜੀ ਬਿਲਕੁਲ ਠੀਕ ਹੋ ਗਿਆ। ਔਰ ਨਿਚੋੜ ਤੁਸੀਂ ਇਹ ਕੱਢਿਆ ਕਿ ਇਸ ਕੰਮ 'ਚ ਨੁਕਸਾਨ ਬਿਲਕੁਲ ਮੈਂ ਤੇ ਕਹਿੰਦਾ, ਮੈਂ ਨਹੀਂ ਬਲਕਿ ਸਾਡਾ ਰੱਬ ਕਹਿੰਦਾ ਕਿ ਮੈਂ ਤੁਹਾਡੇ ਫਾਇਦੇ ਵਾਸਤੇ ਪੈਦਾ ਕੀਤੀਆਂ ਨੇ, ਤੇ ਇਹਦਾ ਮਤਲਬ ਰੱਬ ਤਾਂ ਨਹੀਂ ਨਾ ਝੂਠ ਬੋਲਦਾ। ਬੜੀ ਗੱਲ ਹੈ, ਬੜੀ ਗੱਲ। ਹਾਂ ਜ਼ਬਰਦਸਤ। ਇਹ ਇੱਕ ਨੁਕਤਾ ਤੁਸੀਂ ਬਿਆਨ ਕੀਤਾ ਹੈ, ਲੋਕਾਂ ਨੂੰ ਇਨਕਰੇਜ ਕਰਨ ਵਾਸਤੇ, ਹੌਸਲਾ ਕਰਨ ਵਾਸਤੇ ਬੜਾ ਪਿਆਰਾ ਨੁਕਸਾਨ ਨਹੀਂ। ਜਿਹੜੇ ਲੋਕ ਕਹਿੰਦੇ ਨੇ ਨਾ ਕਿ ਇਹਦੇ ਵਿੱਚ ਨੁਕਸਾਨ ਹੈ, ਨੁਕਸਾਨ ਨਹੀਂ, ਅਲਹਮਦੁਲਿਲਾ ਫਾਇਦਾ ਹੀ ਫਾਇਦਾ। ਲੇਕਿਨ ਇਹ ਵੇ ਕਿ ਮਿਹਨਤ ਕਰਨੀ ਪੈਂਦੀ ਹੈ। ਐਵੇਂ ਵੇਖੋ ਨਾ ਧੁੱਪੇ ਬੈਠੇ ਆ ਤੇ ਆਖੀਏ ਜਾ ਕੇ ਏਸੀ ਵਾਲੇ ਕਮਰੇ 'ਚ ਬਹਿਣਾ, ਤਾਂ ਫਿਰ ਫਾਇਦਾ ਤਾਂ ਨਹੀਂ ਨਾ ਹੋਣਾ। ਫਾਇਦਾ ਤਾਂ ਹੀ ਹੋਣਾ ਧੁੱਪੇ ਸੜਾਂਗੇ ਇਹਨਾਂ ਦੇ ਨਾਲ, ਮਿਹਨਤ ਕਰਾਂਗੇ ਤਾਂ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ, ਜਜ਼ਾਕੱਲਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।